ਮਾਝ ਮਹੱਲਾ ਤੀਜਾ। ਹੁਣ ਇੰਨਾ ਅੱਜ ਫੋਰ ਐਗਜ਼ਾਮਪਲ ਇੰਨਾ ਸਮਝ ਲਓ ਕਿ ਸਾਡੇ ਕੋਲ ਅੱਜ ਆਹੀ ਗਿਆਨ ਹੈ। ਆਹ ਸ਼ਬਦ ਇੱਥੋਂ ਚੱਲ ਰਿਹਾ, ਇਹਦੇ 8 ਉਹ ਨੇ ਸਟੈਂਜ਼ੇ ਨੇ, ਇੱਥੇ ਖਤਮ ਹੁੰਦਾ ਤੇ ਇੱਥੋਂ ਸ਼ਬਦ ਸ਼ੁਰੂ ਹੋ ਰਿਹਾ, ਮਾਝ ਮਹੱਲਾ ਤੀਜਾ। ਹੁਣ ਇਹ ਸ਼ੁਰੂਆਤ ਦੇ ਵਿੱਚ ਹੀ ਕਿਉਂ ਲਿਖਿਆ ਵੀ ਆਪ ਵੰਝਾਏ ਤਾਂ ਸਭ ਕੁਛ ਪਾਏ। ਅਸੀਂ ਬੇਨਤੀਆਂ ਕਰਦੇ ਆ ਰਹੇ ਹਾਂ ਕਿ ਜਦੋਂ ਤੱਕ ਦਵੈਤ ਅੰਦਰ ਹੈ ਨਾ, ਦਵੈਤ ਕੀ ਹੈ ਇਹ ਕੋਈ ਐਕਸਪਲੇਨ ਨਹੀਂ ਕਰਦਾ ਵੀ ਉਹ ਹੈ ਕੀ ਹੈ। ਦਵੈਤ ਦੂਜਾ ਭਾਵ, ਠੀਕ ਹੈ। ਹੋਰ ਆਪਾਂ ਚਲੋ ਦਵੈਤ ਨਹੀਂ ਸਮਝ ਆਉਂਦਾ, ਦੂਜਾ ਭਾਵ ਇਹਨੂੰ ਲਾਓ। ਦੂਜਾ ਭਾਵ ਜਦੋਂ ਸਾਡੇ ਅੰਦਰੋਂ ਮਿਟੂਗਾ, ਦੂਜਾ ਭਾਵ ਕੀ ਹੈ? ਸਾਡੀਆਂ ਅਟੈਚਮੈਂਟਸ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਚੀਜ਼ਾਂ ਨੂੰ ਖਤਮ ਕਰਨਾ, ਇੱਥੋਂ ਸ਼ਬਦ ਸ਼ੁਰੂ ਕਰਦੇ ਹੋ, ਇੱਥੋਂ ਗਿਆਨ ਸ਼ੁਰੂ ਹੁੰਦਾ। ਬੜੇ ਧਿਆਨ ਨਾਲ ਅੱਜ ਗੱਲ ਫੋਲੋ ਕਰਨੀ ਹੈ, ਬੜੀ ਪ੍ਰਿਸਾਈਜ਼ਲੀ ਔਰ ਬੜੇ ਹਾਈ ਲੈਵਲ ਤੇ ਮੈਂ ਇਹ ਗੱਲ ਕਰਨੀ ਹੈ। ਸ਼ਬਦ ਦਾ ਗਿਆਨ ਇੱਥੋਂ ਸ਼ੁਰੂ ਹੁੰਦਾ। ਪਹਿਲਾ ਸਟੈਪ ਇਹੀ ਹੈ ਕਿ ਜਦੋਂ ਤੱਕ ਸਾਡੇ ਅੰਦਰੋਂ ਦੂਜਾ ਭਾਵ ਨਹੀਂ ਖਤਮ ਹੋਣਾ ਨਾ, ਕੱਖ ਨਹੀਂ ਪੱਲੇ ਪੈਣਾ, ਪਤਾ ਹੀ ਨਹੀਂ ਲੱਗਣਾ। ਟੱਕਰਾਂ ਮਾਰੀ ਜਾਓ, ਸਿਰ ਭੰਨੀ ਜਾਓ ਕੰਧਾਂ 'ਚ, ਜਾਂ ਜਿੱਦਾਂ ਰੂਟੀਨ ਚੱਲ ਰਿਹਾ ਵੀ ਨਿਤਨੇਮ ਕਰ ਲਏ, ਬਾਣੀ ਪੜ੍ਹ ਲਈ, ਖੰਡ ਪਾਠ, ਸਹਿਜ ਪਾਠ, ਸਪਤਾਹਕ ਪਾਠ, ਆ ਹੋਰ ਇੱਕ ਕਰਦੇ ਆ ਜੀ ਸੰਪਟ ਪਾਠ, ਜਿੰਨਾ ਮਰਜ਼ੀ ਇਹ ਗਰਾਰੀਆਂ ਕਮਾਈ ਜਾਓ। ਮੈਂ ਅੱਜ ਲੇਮੈਨ ਲੈਂਗੁਏਜ 'ਚ ਗੱਲ ਕਰਨੀ ਹੈ। ਨਾ ਕੁਛ ਦਿਸਣਾ, ਨਾ ਕੁਛ ਪੱਲੇ ਪੈਣਾ, ਸਮਝ ਨਹੀਂ ਆਉਣਾ ਵੀ ਕਰਨਾ ਕਿ ਆ ਫਾਰਮੈਲਿਟੀ ਬਸ ਗੇੜੇ ਦੇ ਜਾਓ, ਗੇੜੇ ਇੱਦਾਂ ਹੀ ਹੋਈ ਜਾਣਾ। ਹੁਣ ਆਪਾਂ ਗੁਰੂ ਅਮਰਦਾਸ ਸਾਹਿਬ ਨੂੰ ਫੋਲੋ ਕਰੀਏ। ਮਾਝ ਮਹੱਲਾ ਤੀਜਾ ਬੋਲ ਰਹੇ ਆ, ਪ੍ਰਤੱਖ ਹਾਜ਼ਰ ਨੇ, ਕਿਤੇ ਨਹੀਂ ਗਏ, ਸਾਡੇ ਕੋਲ ਨੇ ਬਿਲਕੁਲ। ਔਰ ਮਨ ਦੇ ਵਿੱਚ ਇੰਨੀ ਪਾਵਰ ਹੈ ਕਿ ਉਹਨਾਂ ਨਾਲ ਗੱਲਾਂ ਕੀਤੀਆਂ ਜਾ ਸਕਦੀਆਂ ਨੇ, ਅੱਜ ਵੀ, ਹੁਣ ਵੀ, ਇਸ ਵੇਲੇ ਵੀ। ਪਾਤਸ਼ਾਹ ਕਹਿੰਦੇ ਆ ਕਿ ਆਪ ਵੰਝਾਏ ਤਾਂ ਸਭ ਕੁਛ ਪਾਏ। ਪਹਿਲਾ ਤੇਰਾ ਸਟੈਪ ਇਹ ਹੈ ਕਿ ਅੰਦਰੋਂ ਦੂਜਾ ਭਾਵ ਖਤਮ ਕਰ, ਅੰਦਰੋਂ ਹਉਮੈ, ਕਾਮ, ਕ੍ਰੋਧ, ਲੋਭ, ਮੋਹ, ਇਹ ਚੀਜ਼ ਖਤਮ ਕਰ ਤਾਂ ਜੋ ਤੇਰਾ ਮਨ ਕਰਦਾ, ਜੋ ਤੂੰ ਚੀਜ਼ ਹਾਸਲ ਕਰਨੀ ਕਰ ਸਕਦਾ। ਹੁਣ ਇਹ ਜੋ ਚੀਜ਼ ਦੇ ਵਿੱਚ ਇਹ ਨਹੀਂ ਹੈ ਵੀ 800 ਕਿੱਲਾ ਜ਼ਮੀਨ ਦਾ ਹੋਵੇ, ਵੱਡਾ ਮੈਂਸ਼ਨ ਹੋਵੇ, ਰੇਂਜ ਰੋਵਰ ਗੱਡੀ ਹੋਵੇ, ਇਹ ਨਹੀਂ ਹੈ। ਸਭ ਕੁਛ ਹੈ ਅਕਾਲ ਪੁਰਖ ਦਾ ਪ੍ਰਕਾਸ਼ ਅੰਦਰ, ਅਕਾਲ ਪੁਰਖ ਦਾ ਪ੍ਰਕਾਸ਼। ਕਿਉਂ ਕਹਿੰਦੇ ਗੁਰ ਸ਼ਬਦੀ, ਦੱਦੇ ਦੀ ਬਿਹਾਰੀ ਦੇ ਨਾਲ ਨਾਸਕੀ ਉਚਾਰਨ ਆਏਗਾ। ਗੁਰ ਸ਼ਬਦੀ ਸੱਚੀ ਲੇਵ ਲਾਏ, ਗੁਰੂ ਦੇ ਸ਼ਬਦ 'ਚ ਜੁੜ ਕੇ, ਸ਼ਬਦ ਦਾ ਅਭਿਆਸ ਕਰਕੇ, ਉਹ ਜਿਹੜੀ ਸੱਚੀ ਲੇਵ ਹੈ, ਜਿਹੜੀ ਫਿਰ ਵਾਪਸ ਨਹੀਂ ਬੰਦਾ ਆਉਂਦਾ ਉੱਥੋਂ ਕਿਤੇ, ਉਹਨੂੰ ਕਹਿੰਦੇ ਸੱਚੀ ਲੇਵ। ਇੱਕ ਲੇਵ ਹੈ, ਇੱਕ ਸੱਚੀ ਲੇਵ ਹੈ ਕਿ ਇੱਕ ਵਾਰੀ ਮਿਲਤ ਮਿਲ ਰਿਹਾ, ਬਸ ਉੱਥੋਂ ਫਿਰ ਪਿੱਛੇ ਨੂੰ ਨਹੀਂ ਆਉਣਾ ਉਸ ਇਨਸਾਨ ਨੇ। ਪਰ ਪਹਿਲਾਂ ਆਹ ਚੀਜ਼ ਖਤਮ ਕਰਨੀ ਪਊਗੀ, ਆਪ ਵੰਝਾਏ ਅੰਦਰੋਂ। ਹੁਣ ਇਹ ਗੱਲ ਇੱਥੇ ਹਉਮੈ ਦੀ ਕੀਤੀ ਹੈ, ਪਰ ਨਾਲ ਬਾਕੀ 4 ਆਪੇ ਜੋੜ ਲਓ ਨਾਲ। ਇਹ ਫਾਰਮੂਲਾ ਸਾਰੀ ਗੁਰਬਾਣੀ 'ਚ ਲਾਗੂ ਹੋਣਾ। ਹੁਣ ਆਪਾ ਭਾਵ ਕਿੱਦਾਂ ਮਿਟਣਾ, ਦੂਜਾ ਭਾਵ ਕਿੱਦਾਂ ਮਿਟਣਾ, ਸਕਰੀਨ ਦੇਖਦੇ ਜਾਓ। ਆਹ ਹੈ ਗੁਰਸ਼ਬਦੀ, ਗੁਰਸ਼ਬਦੀ। ਆਹ ਚੀਜ਼ ਦੋਨਾਂ ਲਾਈਨਾਂ 'ਚ ਆਹ ਚੀਜ਼ ਇੰਪੋਰਟੈਂਟ ਹੈ। ਇੱਥੇ ਗੁਰੂ ਦੇ ਸ਼ਬਦ ਦੇ ਨਾਲ ਹੀ ਆਪਾ ਭਾਵ ਮਿਟਣਾ, ਗੁਰੂ ਦੇ ਸ਼ਬਦ ਦੇ ਨਾਲ ਹੀ ਸਭ ਕੁਛ ਪਾਉਣਾ। ਸਭ ਕੁਛ ਦੁਨਿਆਵੀ ਵਸਤਾਂ ਨਹੀਂ ਹੈ, ਮਟੀਰੀਅਲ ਨਹੀਂ ਹੈ,
ਸਭ ਕੁਛ ਹੈ ਅਕਾਲ ਪੁਰਖ ਦੀ ਹੋਂਦ ਦਾ ਨਜ਼ਾਰਾ। ਅਕਾਲ ਪੁਰਖ ਦੀ ਹੋਂਦ ਦਾ ਮਹਿਸੂਸ ਹੋਣਾ। ਆਪ ਵੰਝਾਏ ਦਾ ਬਿਲਕੁਲ ਹਾਈ ਲੈਵਲ ਮੀਨਿੰਗ ਹੈ ਕਿ ਖੁਦੀ ਨੂੰ ਖਤਮ ਕਰਨਾ, ਆਪਣੇ ਆਪ ਨੂੰ ਖਤਮ ਕਰਨਾ। ਆਪਣੇ ਆਪ ਨੂੰ ਕਹਿੰਦੇ ਨਾ ਉਹ ਮਰਨਾ, ਆਪਣੇ ਆਪ ਨੂੰ ਖਤਮ ਕਰਨਾ। ਤੇ ਗੁਰੂ ਦੇ ਸ਼ਬਦ ਦੇ ਜ਼ਰੀਏ ਉਸ ਅਕਾਲ ਪੁਰਖ ਦੇ ਨਾਲ ਜੁੜਨਾ, ਸੱਚੀ ਲਿਵ, ਜਿੱਥੋਂ ਫਿਰ ਬੰਦਾ ਵਾਪਸ ਨਹੀਂ ਆਉਂਦਾ, ਉਹਦਾ ਰੂਪ ਹੀ ਹੋ ਜਾਂਦਾ। ਉਹ ਉਸ ਪਰਮਾਤਮਾ ਦਾ ਰੂਪ ਹੋ ਜਾਂਦਾ। ਦੁਨੀਆ 'ਚ ਵਿਚਰਦਾ ਵੀ ਹੈ, ਪਰ ਉਹ ਅੰਦਰੋਂ ਉਸ ਪਰਮਾਤਮਾ ਦਾ ਰੂਪ ਹੋਇਆ ਹੁੰਦਾ, ਐਨ ਕੰਪਲੀਟ। ਸ਼ਾਮ ਦੇ ਜਿਹੜੀ ਬਾਣੀ ਪੜ੍ਹਦੇ ਆ, ਉਹਦੇ 'ਚ ਜਿਨ ਹਰ ਧਿਆਇਆ ਹਰ ਰੂਪ ਸਮਾਸੀ ਕੁਛ ਤੁਕ ਆਉਂਦੀ ਹੈ, ਮੈਨੂੰ ਵਿਸਰ ਰਹੀ ਹੈ। ਕੋਈ ਸੱਜਣ ਬੋਲ ਸਕਦਾ ਪੂਰੀ ਉਹ ਹਰ ਰੂਪ ਸਮਾਸੀ? ਪਲੀਜ਼ ਗੋ ਹੈਡ। ਕੋਈ ਸੱਜਣ ਆਪਣੇ ਆਪ ਨੂੰ ਅਨਮਿਊਟ ਕਰਕੇ ਪਲੀਜ਼ ਆ ਤੁਕ ਤਾਂ ਦੱਸੋ ਜਿਹੜੀ ਰੋਜ਼ ਪੜ੍ਹਦੇ ਆਪਾਂ। ਵੀਰ ਜੀ ਤੁਕ ਹੈਗੀ ਹੈ ਜਿਨ ਤੇ ਆਇਆ ਹਰ ਜੀ ਹਰ ਰੂਪ ਸਮਾਸੀ। ਜਿਨ ਧਿਆਇਆ ਮੇਰਾ ਹਰ ਜੀ ਹਾਂਜੀ। ਤੇ ਹਰ ਰੂਪ ਸਮਾਸੀ। ਜਿਨ ਸੇਵਿਆ ਮੇਰਾ। ਹਾਂ, ਜਿਨ ਸੇਵਿਆ ਮੇਰਾ ਹਰ ਜੀ। ਅੱਗੇ ਸਿਮਰਪਾਲ ਅੱਗੇ ਕੀ ਹੈ? ਤੇ ਹਰ ਰੂਪ ਸਮਾਸੀ। ਹਾਂਜੀ। ਹੁਣ ਕੋਈ ਭੁਲੇਖਾ ਰਹਿ ਨਹੀਂ ਜਾਣਾ ਚਾਹੀਦਾ। ਇਹ ਦੇਖ ਲਓ, ਇਹ ਸਾਡਾ ਐਨਾਲਿਸਿਸ ਤੁਹਾਡਾ ਵੀ ਨਾਲ ਹੋ ਰਿਹਾ, ਨਾਲ ਮੇਰਾ ਵੀ ਹੋ ਰਿਹਾ। ਦੇਖੋ, ਜਿਹੜੀ ਅਸੀਂ ਰੋਜ਼ ਦੀ ਰੱਖੀ ਹੈ, ਜਿਹੜੀ ਅਸੀਂ ਕੰਡੀਸ਼ਨ ਲਾਈ ਹੈ ਵੀ ਆ ਸ਼ਾਮ ਨੂੰ ਰੋਜ਼ ਪੜ੍ਹਨਾ, ਸਾਨੂੰ ਉਹਦਾ ਹੀ ਨਹੀਂ ਖਿਆਲ। ਸਾਡਾ ਮਨ ਕਿਤੇ ਨੇੜੇ ਤੇੜੇ ਪਰਮਾਤਮਾ ਦੇ, ਕਿਤੇ ਮੈਂ ਕਹਿੰਦਾ ਵੀ ਹੈ ਹੀ ਨਹੀਂ, ਕੱਖ ਨਹੀਂ ਹੈਗੇ ਅਸੀਂ। ਸਾਨੂੰ ਉਹ ਚੀਜ਼ਾਂ ਨਹੀਂ ਯਾਦ। ਧੰਨਵਾਦ ਜਿਨ੍ਹਾਂ ਨੂੰ ਆ ਯਾਦ ਹੈ। ਆਈ ਐਪਰੀਸ਼ੀਏਟ। ਆਪ ਵੰਝਾਏ, ਇਹ ਆਪਣੇ ਆਪ ਨੂੰ ਅੰਦਰੋਂ ਮਾਰਨਾ ਪਊਗਾ ਤਾਂ ਸਭ ਕੁਛ ਪਾਏ। ਉਹ ਜਦੋਂ ਦੂਜਾ ਭਾਵ ਮਿਟ ਗਿਆ, ਸਭ ਕੁਛ ਤੋਂ ਭਾਵ ਹੈ ਅਕਾਲ ਪੁਰਖ ਪਰਮਾਤਮਾ ਦੀ ਹੋਂਦ ਦਾ ਪ੍ਰਗਟਾਵਾ, ਹੋਂਦ ਦਾ ਨਜ਼ਾਰਾ ਫੋਰ ਐਵਰ। ਇਹ ਹੈ ਸਭ ਕੁਛ ਪਾਏ। ਪਰਮਾਤਮਾ ਦੀ ਕਰੈਕਟਰਿਸਟਿਕਸ, ਗੁਣ ਪਰਮਾਤਮਾ ਦੇ ਉਸ ਬੰਦੇ ਦੇ ਅੰਦਰ ਪ੍ਰਗਟ ਹੋ ਜਾਣਗੇ। ਕਿੱਦਾਂ? ਗੁਰਸ਼ਬਦੀ ਇੱਥੇ ਹਾਈਲਾਈਟ ਕੀਤਾ। ਦੱਦੇ ਨੂੰ ਬਿਹਾਰੀ ਔਰ ਨਾਸਕੀ ਉਚਾਰਨ ਇੱਥੇ ਬਿੰਦੀ ਲਾਉਣੀ ਪਊਗੀ। ਜਿਹੜੇ ਨਹੀਂ ਲਾਉਂਦੇ ਉਹ ਮੁਬਾਰਕ ਹੈ, ਉਹਨਾਂ ਨੂੰ ਕਰੀ ਜਾਓ, ਪਰ ਇਹ ਬਿੰਦੀ ਲਾ ਕੇ ਮੀਨਿੰਗ ਕਲੀਅਰ ਹੋਣਾ। ਗੁਰਸ਼ਬਦੀ ਸੱਚੀ ਲਿਵ ਲਾਏ। ਜਿੱਥੋਂ ਉਹ ਐਸੀ ਲਿਵ ਹੈ, ਉੱਥੋਂ ਫਿਰ ਬੰਦਾ ਵਾਪਸ ਨਹੀਂ ਕਦੇ ਆਉਂਦਾ, ਕਿਉਂਕਿ ਉਹਦਾ ਰੂਪ ਹੀ ਬਣ ਜਾਂਦਾ, ਉਹਦੇ ਵਿੱਚ ਜੁੜ ਜਾਂਦਾ ਜਾ ਕੇ। ਠੀਕ ਹੈ, ਇਹੀ ਕੁਛ ਅਸੀਂ ਵਿਚਾਰਦੇ ਆ ਰਹੇ ਹਾਂ। ਗੁਰੂ ਦੇ ਸ਼ਬਦ ਦੀ ਮਹਿਮਾ ਨੂੰ ਖੋਲਦੇ ਆ ਰਹੇ ਹਾਂ। ਆਪਣੇ ਆਪ 'ਚ ਕੀ ਚੇਂਜ ਲੈ ਕੇ ਆਉਣੀ ਆ, ਉਹਨੂੰ ਖੋਲਦੇ ਆ ਰਹੇ ਹਾਂ। ਸਾਨੂੰ ਮਿਲਣਾ ਕੀ ਹੈ, ਉਹਨੂੰ ਖੋਲਦੇ ਆ ਰਹੇ। ਆਹ ਤਿੰਨ ਚੀਜ਼ਾਂ ਨੇ। ਆਹ ਸ਼ਬਦ ਕੁਦਰਤੀ ਅੱਜ ਮੈਂ ਇੱਥੇ ਬੈਠਾ ਆ ਕੇ ਕੰਪਿਊਟਰ ਤੇ ਮੈਨੂੰ ਯਾਦ ਆ ਗਿਆ, ਖੋਲਿਆ। ਬਹੁਤ ਉੱਚ ਕੋਟੀ ਦਾ ਸ਼ਬਦ ਹੈ, ਉੱਚ ਕੋਟੀ ਦਾ। ਹਾਂ, ਇੱਕ ਹੋਰ ਤੁਹਾਨੂੰ ਦੱਸਦਾ। ਇਹ ਦੇਖੋ, ਆਪਾਂ ਕਹਿੰਦੇ ਆ ਰਹੇ ਹਾਂ ਕਿ ਸ਼ਬਦ ਦਾ ਧੁਰਾ ਹੁੰਦਾ ਰਹਾਓ, ਪਰ ਜਿਹੜੀਆਂ ਰਹਾਓ ਤੋਂ ਪਹਿਲੀਆਂ ਤੁਕਾਂ ਹੁੰਦੀਆਂ ਨੇ, ਉਹ ਹੋਰ ਵੀ ਉੱਚ ਕੋਟੀ ਦੀਆਂ ਹੁੰਦੀਆਂ ਨੇ। ਬਹੁਤ ਹੀ ਉੱਚ ਕੋਟੀ, ਬੜੇ ਉੱਚ ਪੱਧਰ ਦੀ ਗੱਲ ਕੀਤੀ ਹੁੰਦੀ ਹੈ। ਹੁਣ ਕੀ ਕਹਿੰਦੇ ਸੱਚ ਵਣੰਜੈ, ਸੱਚ ਸੰਗ ਰਹਿ, ਸੱਚ ਵਪਾਰ ਕਰਾਵਣਿਆ। ਸੱਚ ਹੈ ਹੀ ਉਸ ਅਕਾਲ ਪੁਰਖ ਦਾ ਨਾਮ ਹੈ, ਅਕਾਲ ਪੁਰਖ ਦੀ ਹੋਂਦ ਹੈ, ਪਰ ਸਾਨੂੰ ਉਹਦਾ ਹਲੇ ਪਤਾ ਨਹੀਂ। ਸਾਡੇ ਕੋਲ ਗੁਰ ਮੰਤਰ ਹੈ, ਸਾਡੇ ਕੋਲ ਸ਼ਬਦ ਹੈ, ਗੁਰ ਸ਼ਬਦੀ। ਸਾਡੇ ਕੋਲ ਗੁਰੂ ਦਾ ਸ਼ਬਦ ਹੈ, ਵਾਹਿਗੁਰੂ ਵਾਹਿਗੁਰੂ। ਅਸੀਂ ਬਸ ਇਹਦਾ ਵਪਾਰ ਕਰਨਾ, ਇਹਨੂੰ ਅਸੀਂ ਵਿਹਾਜਣਾ, ਇਹਦਾ ਹੀ ਸੌਦਾ ਕਰਨਾ। ਅਸੀਂ ਵੀ ਆਹ ਤੇਰਾ ਹੁਕਮ ਹੈ, ਅਸੀਂ ਇਹਨੂੰ
ਇਹੀ ਕਰੀ ਜਾਣਾ। ਵਪਾਰ ਤਾਂ ਮੈਂ ਕਹਿੰਦਾ ਕਿਉਂਕਿ ਹਾਸਲ ਆਪ ਵੰਜਾਏ, ਖੁਦੀ ਨੂੰ ਖਤਮ ਸ਼ਬਦ ਦੇ ਨਾਲ ਹੋਣਾ, ਸਭ ਕੁਛ ਪਾਉਣਾ ਸ਼ਬਦ ਦੇ ਨਾਲ, ਉਸ ਲਿਵ 'ਚ ਜਾ ਕੇ ਜੁੜਨਾ, ਸੱਚੀ ਲਿਵ ਅਕਾਲ ਪੁਰਖ ਦੀ ਹੋਂਦ, ਅਕਾਲ ਪੁਰਖ ਦੀ ਹੋਂਦ ਦਾ ਪ੍ਰਗਟਾਵਾ ਔਰ ਉਹਦਾ ਨਜ਼ਾਰਾ ਔਰ ਉਹਦੇ ਵਿੱਚ ਜਾ ਕੇ ਸਮਾਉਣਾ, ਉਹ ਵੀ ਗੁਰੂ ਸ਼ਬਦ ਦੇ ਜ਼ਰੀਏ ਹੋਣਾ। ਇਸ ਕਰਕੇ ਲਿਖਿਆ, ਕਹਿੰਦੇ ਇਹਨੂੰ ਹੀ ਵਿਹਾਜੋ, ਇਹਨੂੰ ਹੀ ਜੋੜੋ। ਖੰਡ ਪਾਠ ਨਾ ਦੇਖੀ ਜਾਓ ਵੀ ਜ਼ਿੰਦਗੀ 'ਚ ਕਿੰਨੇ 25 ਕਰ ਲਏ ਕਿ 30 ਕਰ ਲਏ, ਜਾਂ ਸਹਿਜ ਪਾਠ ਕਿੰਨੇ, ਉਹਨਾਂ ਨੂੰ ਨਾ ਜੋੜੀ ਜਾਓ। ਮੈਨੂੰ ਬੜੇ ਸੱਜਣ ਮਿਲਦੇ ਆ, ਮੈਂ ਖਿਮਾ ਮੰਗਦਾ, ਇਹ ਗੱਲ ਕਰਨੀ ਪਊਗੀ, ਸਾਨੂੰ ਨਿਡਰ ਹੋ ਕੇ ਕਰਨੀ ਪਊਗੀ। ਉਹ ਗਿਣਤੀ ਨਾ ਕਰਿਓ, ਗਿਣਤੀ ਕਰਿਓ ਕਿ ਨਾਮ ਅਭਿਆਸ ਕਿੰਨਾ ਕੀਤਾ। ਦੇਖ ਲਓ, ਉੱਚ ਪਾਏ ਦੀ ਗੱਲ ਹੈ, ਪਹਿਲੇ ਪਦੇ ਦੀ ਗੱਲ ਹੈ, ਰਹਾਉ ਤੋਂ ਉਤਲੀ ਗੱਲ। ਕਹਿੰਦੇ ਸੱਚ ਨੂੰ ਹੀ ਜਪਣਾ ਹੈ, ਵਿਹਾਜਣਾ ਹੈ, ਸੱਚ ਨੂੰ ਹੀ ਨਾਮ ਜਪ ਜਪ ਕੇ ਫਿਰ ਉਹਨੂੰ ਜਮਾ ਕਰਨਾ, ਸੱਚ ਵਪਾਰ ਕਰਾਵਣਿਆ। ਇਸੇ ਵਪਾਰ ਦੇ ਨਾਲ ਆਪਣੀ ਸਾਂਝ ਰੱਖਣੀ ਹੈ, ਔਰ ਜੇ ਕਿਸੇ ਦੇ ਨਾਲ ਵੀ ਗੱਲ ਕਰਨੀ ਹੈ, ਇਸੇ ਵਪਾਰ ਦੀ ਹੀ ਸਾਂਝ ਪਾਉਣੀ ਹੈ। ਹੁਣ ਖੁਦ ਹੀ ਨੂੰ ਕਿੱਦਾਂ ਇਹ ਆਪ ਵੰਜਾਏ, ਹੁਣ ਕਿੱਦਾਂ ਚੀਜ਼ ਲਾਗੂ ਹੋਊਗੀ। ਹੋਂ ਵਾਰੀ, ਜੀਓ ਵਾਰੀ, ਆਪਣਾ ਆਪ ਵਾਰਨਾ ਪਊਗਾ, ਮਰਨਾ ਪਊਗਾ, ਦੂਜਾ ਭਾਵ ਮਿਟਾਉਣਾ ਪਊਗਾ, ਅੰਦਰੋਂ ਖਤਮ ਕਰਨੀਆਂ ਪੈਣਗੀਆਂ, ਕਮਿਟਮੈਂਟ ਕਰਨੀ ਪਊਗੀ, ਭਰੋਸਾ, ਪ੍ਰਤੀਤ, ਪਿਆਰ, ਇਹ ਸਭ ਵਿੱਚ ਇਹਦੇ ਇਸ ਗੱਲ ਦੇ ਆ ਜਾਣਾ। ਹੋਂ ਵਾਰੀ, ਜੀਓ ਵਾਰੀ, ਹਰ ਗੁਣ ਅਨ ਦਿਨ ਗਾਵਣਿਆ। ਹਰ ਗੁਣ ਗਾਉਣ ਦਾ ਮਤਲਬ ਹੈ ਨਾਮ ਅਭਿਆਸ ਕਰਨਾ, ਥੋੜੇ ਜਿਹੇ ਉੱਚੀ ਧੁਨ ਦੇ ਨਾਲ ਬੋਲ ਕੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅਨ ਦਿਨ। ਕੋਈ ਦੂਜੀ ਗੱਲ ਨਹੀਂ, ਕੋਈ ਦੂਜਾ ਕੰਮ ਕਰਨ ਨੂੰ ਨਹੀਂ ਕਹਿ ਰਹੇ। ਤੇ ਇਹ ਸਾਨੂੰ ਕਿੱਥੇ ਤੱਕ ਲਿਜਾਏਗਾ। ਹੋਂ ਤੇਰਾ ਤੂੰ ਠਾਕੁਰ ਮੇਰਾ, ਸ਼ਬਦੇ ਵਡਿਆਈ ਦੇ ਬਣਿਆ। ਤੂੰ ਮੇਰਾ ਮਾਲਕ ਆ, ਮੈਂ ਤੇਰਾ ਸੇਵਕ ਆ। ਸ਼ਬਦ ਦੇ ਜ਼ਰੀਏ, ਸ਼ਬਦ ਦੀ ਸਿਫਤ ਸਲਾਹ ਦੇ ਜ਼ਰੀਏ ਤੂੰ ਵਡਿਆਈ ਬਖਸ਼ਦਾ ਹੈ। ਕਿਹੜੀ ਵਡਿਆਈ ਬਖਸ਼ਦਾ ਹੈ? ਵਡਿਆਈ ਕਿਹੜੀ ਬਖਸ਼ਦਾ ਹੈ? ਸਭ ਕੁਛ ਪਾਏ, ਉਸ ਅਕਾਲ ਪੁਰਖ ਦੀ ਹੋਂਦ ਦਾ ਪ੍ਰਗਟਾਵਾ, ਉਹਦੀ ਹੋਂਦ ਦਾ ਨਜ਼ਾਰਾ। ਇਸ ਕਰਕੇ ਲਿਖਿਆ ਹੋਂ ਵਾਰੀ, ਜੀਓ ਵਾਰੀ, ਕਿ ਬੇਨਤੀ ਰੂਪ ਹੋ ਕੇ ਆਪਾਂ ਆਪ ਮਿਟਾ ਕੇ, ਆਪਣੀ ਆਕੜ ਖਤਮ ਕਰਕੇ, ਬੇਸਿਕਲੀ ਆ ਲੇਮਨ ਸ਼ਬਦ ਮੇਰੇ ਅੱਗੇ ਆ ਗਿਆ, ਆਪਣੀ ਆਕੜ, ਹੰਕਾਰ ਖਤਮ ਕਰਕੇ, ਗਰੀਬੀ ਭਾਵ ਦੇ ਵਿੱਚ ਆ ਕੇ, ਬੇਨਤੀ ਰੂਪ ਦੇ ਵਿੱਚ ਆ ਕੇ, ਬੇਨਤੀ ਰੂਪ ਹੋ ਕੇ ਨਾਮ ਦਾ ਅਭਿਆਸ ਕਰਨਾ। ਹੋਂ ਵਾਰੀ, ਜੀਓ ਵਾਰੀ, ਹਰ ਗੁਣ ਅਨ ਦਿਨ ਗਾਵਣਿਆ। ਹੋਂ ਤੇਰਾ ਤੂੰ ਠਾਕੁਰ ਮੇਰਾ, ਸ਼ਬਦੇ ਵਡਿਆਈ ਦੇ ਬਣਿਆ। ਸ਼ਬਦ ਦੇ ਜ਼ਰੀਏ ਜਿਹੜੇ ਸ਼ਬਦ ਦਾ ਅਭਿਆਸ ਕਰ ਰਹੇ ਆ, ਜਾਂ ਕਰ ਰਹੇ ਹੋ, ਜਾਂ ਕਰਾਂਗੇ, ਉਹਦੇ ਜ਼ਰੀਏ ਸਾਰੀਆਂ ਵਡਿਆਈਆਂ ਆਪ ਮੁਹਾਰੇ ਮਿਲ ਜਾਣੀਆਂ। ਬਾਕੀ ਆ ਚੂੰ ਚੜਾਂਕ ਜੀ ਜਿਹੜੇ ਕਹਿੰਦੇ ਆ ਨਾ ਵੀ ਆ ਕਾਰੋਬਾਰ ਚਲਾਓ ਜੀ, ਮੇਰੇ ਚੰਗੇ ਪਰਿਵਾਰ ਨਾਲ ਜੋੜ ਮੇਲੇ ਹੋਣ ਜੀ, ਜੌਬ ਮਿਲ ਜੇ, ਚੰਗੀ ਘਰ ਵਾਲੀ ਮਿਲ ਜੇ, ਘਰ ਬਣ ਜੇ, ਇਹ ਸਾਰਾ ਕੁਝ ਬੋਨਸ ਉਹ ਸਭ ਕੁਛ ਦੇ ਵਿੱਚ ਆਪੇ ਮਿਲ ਜਾਣਾ। ਇਹਦੇ ਲਈ ਤੁਹਾਨੂੰ ਭੱਜਣ ਨੱਠਣ ਦੀ ਲੋੜ ਨਹੀਂ ਹੈ, ਚਿੰਤਾ ਦੀ ਲੋੜ ਨਹੀਂ ਹੈ, ਇਹ ਸਾਰਾ ਕੁਝ ਆਪੇ ਮਿਲੂਗਾ। ਇਹ ਗੱਲ ਲਿਖ ਲਓ। ਸੋ ਇਹਦੇ ਤੋਂ ਮਟੀਰੀਅਲਿਜ਼ਮ ਤੋਂ ਪਾਸੇ ਹੋ ਕੇ ਸਪਿਰਿਚੁਅਲਿਜ਼ਮ, ਜਿੱਥੇ ਆਪਣਾ ਸਰੀਰ ਹੀ ਨਹੀਂ ਹੈ, ਉੱਥੇ ਆਹ ਗੱਲਾਂ ਕਿੱਥੇ ਆਉਣਗੀਆਂ ਨੇੜੇ ਤੇੜੇ। ਉਹ ਗੱਡੀ ਦੀ ਅਰਦਾਸ ਕਰਾਉਣ ਤੁਰੇ ਹੁੰਦੇ, ਗੱਡੀ ਨਵੀਂ ਲੈ ਕੇ ਨਾ ਦੁਕਾਨ ਤੋਂ, ਉਹਦੀ ਅਰਦਾਸ ਕਰਾਉਣ ਤੁਰੇ ਹੁੰਦੇ ਗੁਰਦੁਆਰੇ। ਉਹਦਾ ਧੰਨਵਾਦ ਕਰੋ, ਆਪ ਬਹਿ ਕੇ ਘਰ ਆਪਣੇ ਦਿਲੋਂ ਗਰੀਬੀ ਭਾਵ ਚਾਓ, ਹਉਮੈ ਖਤਮ ਕਰੋ, ਇਹ ਉਹਦਾ ਧੰਨਵਾਦ ਹੈ। ਉਹਦੇ ਗਿਆਨ ਨਾਲ ਸਾਂਝ ਪਾਓ, ਉਹਦੇ ਸ਼ਬਦ ਦਾ ਅਭਿਆਸ ਕਰੋ, ਇਹ ਉਹਦਾ ਧੰਨਵਾਦ ਹੈ। ਗੱਡੀ ਦੀ ਅਰਦਾਸ, ਉਹ ਫਿਰ ਗੱਡੀ ਤੇ ਪਾਣੀ ਭਾਈ ਸਾਹਿਬ ਟੂਟੀ ਤੋਂ ਲੈ ਕੇ ਪਾਣੀ ਕਰਕੇ, ਉਹ ਜੋ ਜੀ ਕਬਿਓ ਬਾਜ ਬੇਨਤੀ ਚੌਪਈ ਕਰਕੇ ਉਹਦੇ ਤੇ ਪਾਣੀ ਛਿੜਕਦੇ ਆ।
ਉਹ ਕੀ ਇਹ ਬ੍ਰਾਹਮਣਿਜ਼ਮ ਸਾਰਾ ਸਾਡੇ ਅੰਦਰ ਘਰ ਕਰ ਗਿਆ। ਇਹ ਇਧਰ ਨਾ ਧਿਆਨ ਦਿਓ, ਗਿਆਨ ਨਾਲ ਲਾਓ, ਗੁਰੂ ਨੂੰ ਮੰਨੋ, ਪ੍ਰਤੀਤ ਭਰੋਸਾ ਵਿਸ਼ਵਾਸ ਪੱਕਾ ਕਰੋ। ਇਹ ਤਾਂ ਸਾਰੀਆਂ ਗੱਲਾਂ ਦਾ ਗਿਆਨ ਜਿਹੜਾ ਇਹ ਆਪੇ ਅੰਦਰ ਆਪੇ ਇਹੀ ਪ੍ਰਕਾਸ਼ ਆ, ਇਹੀ ਅੱਖਾਂ ਖੁੱਲ ਜਾਣੀਆਂ ਸਾਡੀਆਂ। ਸੋ ਇਹ ਰੱਖਿਆ ਉਹਨਾਂ ਨੇ ਰਹਾਓ, ਹਉ ਵਾਰੀ ਜੀਓ ਵਾਰੀ, ਬੇਨਤੀ ਰੂਪ ਹੋ ਕੇ ਗਰੀਬੀ ਭਾਵ ਚ ਆ ਕੇ ਉਹਦਾ ਨਾਮ ਅਭਿਆਸ ਕਰਨਾ। ਇੰਨੀ ਕੈਪੇਬਿਲਿਟੀ ਕਿ ਉਹਨੂੰ ਕਹਿ ਦੇਣਾ ਕਿ ਮੈਂ ਤੇਰਾ, ਤੂੰ ਮੇਰਾ ਮਾਲਕ ਹੈ, ਤੇ ਜਿੰਨੀ ਵਡਿਆਈ ਮਿਲਣੀ ਆ ਉਹ ਸ਼ਬਦ ਦੇ ਜ਼ਰੀਏ ਉਹਨੇ ਕਰਤੇ ਪੁਰਖ ਨੇ ਆਪ ਹੀ ਦੇਣੀ ਹੈ। ਕਹਿੰਦੇ ਵੇਲਾ ਵਕਤ ਸਭੇ ਸੁਹਾਇਆ, ਗੱਲ ਆਈ ਸੀ ਅੰਮ੍ਰਿਤ ਵੇਲੇ ਦੀ। ਉਹ ਜਿਨ੍ਹਾਂ ਨੇ ਸਾਡੇ, ਮੈਂ ਤੇ ਕਹਿੰਦਾ ਸਾਡੇ ਤੇ ਹੁਣ ਅੱਖਾਂ ਖੁੱਲ ਗਈਆਂ। ਅੰਮ੍ਰਿਤ ਵੇਲਾ 24 ਘੰਟੇ ਦਾ ਹੋਊਗਾ। ਆਈ ਟੈਲ ਯੂ, ਇਹਨੂੰ ਸਮਝ ਲਿਓ ਜਿਵੇਂ ਮਰਜ਼ੀ। ਜੇ ਕੋਈ ਸਵਾਲ ਹੈ ਤੇ ਬਾਅਦ ਚ ਵੀ ਕਰ ਲਿਓ, ਗਾਂਹ ਵੀ ਕਰ ਲਿਓ, ਆਪਾਂ ਇਕੱਠੇ ਹੀ ਹੁਣ ਚੱਲਦਾ ਰਹਿਣਾ ਕੰਮ। ਅੰਮ੍ਰਿਤ ਵੇਲਾ ਉਹ ਹੈ ਜਦੋਂ ਅਭਿਆਸੀ ਉਹਦੇ ਰੂਪ ਦੇ ਵਿੱਚ ਸਮਾ ਜਾਂਦਾ ਹੈ, ਔਰ ਉਹ ਉਹਦੀ ਹੋਂਦ ਦਾ ਪ੍ਰਗਟਾਵਾ ਔਰ ਉਹਦੀ ਹੋਂਦ ਦਾ ਨਜ਼ਾਰਾ ਉਹ 24 ਘੰਟੇ ਲੈ ਰਿਹਾ। ਦੈਟ ਇਜ਼ ਕਾਲਡ ਅੰਮ੍ਰਿਤ ਵੇਲਾ। ਉਹ ਭਾਵੇਂ ਦੁਪਹਿਰੇ ਕਰ ਲਓ, ਸ਼ਾਮ ਨੂੰ ਕਰ ਲਓ, ਜਦੋਂ ਮਰਜ਼ੀ ਕਰ ਲਓ। ਇਸੇ ਕਰਕੇ ਅੰਦਨ ਲਿਖਿਆ ਸ਼ਬਦ ਦੇ ਵਿੱਚ ਇੰਨਾ ਕੰਪਲੀਟ ਗਿਆਨ ਹੈ। ਆ ਸ਼ਬਦ ਨੇ ਪਟਾਕੇ ਪਾਤੇ ਸੱਚੀ ਮੇਰੇ। ਵੇਲਾ ਵਕਤ ਸਭੇ ਸੁਹਾਇਆ, ਫਿਰ ਉਹ ਦੁਪਹਿਰ ਵੀ ਚੰਗੀ ਲੱਗੂ, ਫਿਰ ਸ਼ਾਮ ਵੀ ਚੰਗੀ ਲੱਗੂ, ਫਿਰ ਸੂਰਜ ਢਲਦਾ ਵੀ ਚੰਗਾ ਲੱਗੂ, ਸੂਰਜ ਚੜ੍ਹਦਾ ਵੀ ਚੰਗਾ ਲੱਗੂ, ਸਵੇਰ ਦਾ 2 ਵਜੇ ਦਾ ਟਾਈਮ ਵੀ ਚੰਗਾ ਲੱਗੂ, ਸ਼ਾਮ ਦਾ 8 ਵਜੇ ਦਾ ਟਾਈਮ ਵੀ ਚੰਗਾ ਲੱਗੂਗਾ। ਕਿਉਂ? ਜਿਤ ਸੱਚਾ ਮੇਰੇ ਮਾਨੇ ਪਾਇਆ। ਜਦੋਂ ਉਹ ਸੱਚਾ ਅਕਾਲ ਪੁਰਖ ਭਗਵਾਨ ਪਰਮਾਤਮਾ ਜਦੋਂ ਮਨ ਨੂੰ ਭਾ ਗਿਆ, ਜਦੋਂ ਪ੍ਰਤੀਤ ਆ ਗਿਆ, ਪ੍ਰਤੀਤ ਹੋ ਗਈ, ਭਰੋਸਾ ਆ ਗਿਆ, ਪ੍ਰੇਮ ਪੈ ਗਿਆ, ਪ੍ਰੇਮਾ ਭਗਤੀ ਚ ਗੜੁੰਦ ਹੋ ਗਿਆ ਬੰਦਾ, ਸਾਰੇ ਵੇਲੇ ਸੋਹਣੇ ਲੱਗਣੇ। ਸਾਰਾ ਹੀ ਫਿਰ ਉਹ 24 ਘੰਟੇ ਦਾ ਹੀ ਉਹਦੇ ਲਈ ਅੰਮ੍ਰਿਤ ਵੇਲਾ ਬਣ ਜਾਣਾ, ਭਾਵੇਂ ਦੁਪਹਿਰੇ ਕਿਉਂ ਨਾ ਹੋਵੇ 2 ਵਜੇ ਸੂਰਜ ਭਖਦਾ ਜਿਸ ਵੇਲੇ। ਕਹਿੰਦੇ ਸੱਚੇ, ਹੁਣ ਆ ਫਿਰ ਇੱਥੇ ਆ ਜਾਓ, ਉਚਾਰਨ ਸੁਣ ਲਿਓ। ਇਹ ਸੇਵਿਆਂ, ਐੜੇ ਦੇ ਉੱਤੇ 2 ਲਾਵਾਂ ਔਰ ਉੱਥੇ ਬਿੰਦੀ ਆਊਗੀ। ਸੱਚੇ ਨੂੰ ਸੇਵਣ ਤੋਂ ਬਾਅਦ, ਸੇਵਿਆਂ ਦਾ ਮਤਲਬ ਹੈ ਸੱਚੇ ਦੀ ਸੇਵਾ ਤੋਂ ਬਾਅਦ, ਸੇਵਾ ਕੀ ਨਾਮ ਅਭਿਆਸ ਤੋਂ ਬਾਅਦ ਸੱਚੇ ਸੇਵਿਆਂ, ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ। ਉਹ ਵਡਿਆਈਆਂ ਬਖਸ਼ੇਗਾ। ਫਿਰ ਉਹ ਸੇਵਾ ਜਦੋਂ ਜਿਉਂ ਸੇਵਾ ਕਰੀ ਜਾਵਾਂਗੇ, ਨਾਮ ਹਮਾਰੇ ਗੁਰ ਕੀ ਸੇਵ, ਨਾਮ ਹਮਾਰੇ ਪੂਜਾ ਦੇਵ, ਜਿਉਂ ਸੇਵਾ ਕਰੀ ਜਾਵਾਂਗੇ ਉਹ ਵਡਿਆਈਆਂ ਬਖਸ਼ਦਾ ਜਾਏਗਾ। ਅਸੀਂ ਉਹਦੀ ਕਿਰਪਾ ਦੇ ਪਾਤਰ ਬਣਦੇ ਜਾਵਾਂਗੇ। ਉਹਦੇ ਰੂਪ ਵੱਲ ਨੂੰ, ਪ੍ਰਕਾਸ਼ ਵੱਲ ਨੂੰ, ਉਹਦੀ ਹੋਂਦ ਵੱਲ ਨੂੰ, ਉਹਦੇ ਹੋਂਦ ਦੇ ਨਜ਼ਾਰੇ ਵੱਲ ਨੂੰ ਵੱਧਦੇ ਜਾਵਾਂਗੇ। ਪਰ ਇਹਦਾ ਫਾਰਮੂਲਾ ਕੀ ਆ? ਮੋਟਾ ਜਿਹਾ ਫਾਰਮੂਲਾ ਕੀ ਹੈ ਇਹਦਾ? ਬੇਨਤੀ ਰੂਪ ਹੋ ਕੇ ਨਾਮ ਜਪਣਾ, ਥੋੜੇ ਜਿਹੇ ਉੱਚੀ ਧੁਨ ਦੇ ਨਾਲ, ਤੇ ਉਹਨੂੰ ਸੁਣਨਾ, ਪ੍ਰਤੀਤ ਭਰੋਸਾ ਕਾਇਮ ਕਰਨਾ, ਉਹਨੂੰ ਕਹਿ ਦੇਣਾ ਕਿ ਮੈਂ ਤੇਰਾ, ਤੂੰ ਮੇਰਾ ਮਾਲਕ ਹੈ, ਜਿਹੜੀ ਵਡਿਆਈ ਮਿਲਣੀ ਹੈ ਮੈਨੂੰ ਇਸ ਸ਼ਬਦ ਦੇ ਜ਼ਰੀਏ ਹੀ ਮਿਲਣੀ ਹੈ। ਤੀਜੀ ਗੱਲ, ਤੀਜਾ ਪਦਾ, ਭਾਉ ਭੋਜਨ ਸਤਿ ਗੁਰੇ ਤੁਠੈ ਪਾਏ। ਹੁਣ ਇਹ ਭੋਜਨ ਕੀ ਹੈ? ਭੋਜਨ ਹੈ ਇਹ, ਉਹ ਨਹੀਂ ਹੈ, ਉਹ ਥਾਲੀ ਨਹੀਂ ਹੈ ਸਟੀਲ ਦੀ ਜਿਹ 15 ਖਾਣੇ ਆ ਤੇ ਉਹ ਚ ਮਾਰ ਖੀਰ, ਹੋਰ ਲਾਮ ਮਾਲ ਪੂੜੇ, ਜੋ ਹੋਰ ਸਾਰਾ ਕੁਝ ਭਰਿਆ ਪਿਆ, ਉਹ ਨਹੀਂ ਹੈ। ਇਹ ਕੇਵਲ ਨਾਮ ਦਾ ਭੋਜਨ ਹੈ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ। ਉਹ ਇੱਕੋ ਸ਼ਬਦ ਦੇ ਅਭਿਆਸ ਦੇ ਵਿੱਚ 36 ਪਦਾਰਥ ਪਏ ਨੇ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਏ ਹਮਕੋ ਤ੍ਰਿਪਤ ਭਈ। ਪ੍ਰੇਮ ਦਾ ਭੋਜਨ ਹੈ, ਉਹਦੇ ਸ਼ਬਦ ਦਾ ਭੋਜਨ ਹੈ। ਲੰਗਰ ਚੱਲੇ ਗੁਰ ਸ਼ਬਦ ਹਰ। ਆ ਲੰਗਰ ਹੈ, ਆ ਲੰਗਰ ਲਾਇਆ ਬਾਬੇ ਨਾਨਕ ਨੇ, ਆ ਸੀ ਸੱਚਾ ਸੌਦਾ। ਸੱਚਾ ਸੌਦਾ ਹਰ ਨਾਮ ਹੈ, ਸੱਚਾ ਵਾਪਾਰਾ ਰਾਮ। ਪੈਂਦੇ ਨਹੀਂ ਪਟਾਕੇ?
ਇਹ ਜੇ ਟਾਈਮ ਦਿੱਤਾ ਹੋਵੇ, ਅਸੀਂ ਬਾਣੀ ਨੂੰ ਪੂਰਾ ਐ ਡਟ ਕੇ ਮਿਹਨਤ ਕੀਤੀ ਹੋਵੇ, ਤੇ ਕਿਉਂ ਨਹੀਂ ਸਮਝ ਲੱਗੂਗੀ? ਹੋਰਨਾਂ ਗੱਲਾਂ ਦੀ ਸਮਝ ਨਹੀਂ ਲੱਗਦੀ? ਸਭ ਪਤਾ ਸਾਨੂੰ ਉੱਥੋਂ ਕਿੱਦਾਂ ਉੱਥੋਂ ਵੀਜ਼ੇ ਲੱਗਦੇ ਆ, ਕਿੱਦਾਂ ਫਾਰਮ ਭਰਦੇ ਆ, ਇੱਥੇ ਆ ਕੇ ਆਪਾਂ ਘਰ-ਬਾਰ ਲੈਂਦੇ ਆ, ਆਪਣਾ ਸਾਰਾ ਪਰਿਵਾਰ ਸੈੱਟ ਕਰਦੇ ਆ, ਕਰਦੇ ਨਹੀਂ? ਉਹ ਇੱਧਰ ਇਹ ਵੀ ਫਰਜ਼ ਆ ਸਾਡਾ, ਮੁਬਾਰਕ ਹੈ, ਸਾਰਾ ਕਰੋ, ਜ਼ਰੂਰ ਕਰੋ, ਪਰ ਇੱਧਰ ਇਹ ਵੀ ਫਰਜ਼ ਆ ਸਾਡਾ, ਭਾਉ ਭੋਜਨ ਸਤਿਗੁਰੇ ਤੁਠੈ ਪਾਏ। ਪਰਮਾਤਮਾ ਤਰੁੱਠ ਜੇ ਤੇ ਉਹਨੇ ਇੰਨਾ ਵੱਡਾ ਖਜ਼ਾਨਾ 1 ਸਕਿੰਟਾਂ 'ਚ ਬਖਸ਼ ਦੇਣਾ ਤੁਹਾਨੂੰ। ਨਾਮ ਦੇ ਭੋਜਨ ਦੀ ਖੁਰਾਕ ਉਹਨੇ ਦੇ ਧੜਾ ਧੜ ਬੋਰੀਆਂ ਦੀਆਂ ਬੋਰੀਆਂ ਤੁਹਾਡੇ ਘਰ ਸੁੱਟ ਦੇਣੀਆਂ, ਹਿਰਦੇ ਦੇ ਅੰਦਰ, ਸਰੀਰ ਦੇ ਅੰਦਰ। ਇਹ ਘਰ ਕਹਿੰਦੇ ਅਨ ਰਸ ਚੁੱਕੈ ਹਰ ਰਸ ਮਨ ਨੇ ਵਸਾਏ। ਹੋਰ ਰਸਾਂ ਦੇ ਸਵਾਦ ਮੁੱਕ ਜਾਣਗੇ ਜਦੋਂ ਹਰ ਰਸ ਪਰਮਾਤਮਾ ਤੇ ਪ੍ਰਤੀਤ ਭਰੋਸਾ ਪ੍ਰੇਮਾ ਭਗਤੀ 'ਚ ਆ ਕੇ ਮਨ ਦੇ ਵਿੱਚ ਉਸ ਦੇ ਨਾਮ ਦਾ ਅਭਿਆਸ ਕਰੂਗਾ। ਮਟੀਰੀਅਲਿਜ਼ਮ ਵੱਲੋਂ ਛੁਟਕਾਰਾ ਹੋ ਜਾਊਗਾ, ਅੰਦਰ ਪ੍ਰਕਾਸ਼, ਅਕਾਲ ਪੁਰਖ ਦੀ ਹੋਂਦ, ਉਹਦੀ ਹੋਂਦ ਦਾ ਨਜ਼ਾਰਾ, ਇਹ ਸਭ ਕੁਝ ਸਾਹਮਣੇ ਪ੍ਰਗਟ ਹੋ। ਪਰਮਾਤਮਾ ਦੇ ਨਾਮ ਦਾ ਆਨੰਦ ਮਨ 'ਚ ਵਸਿਆ ਨਹੀਂ, ਔਰ ਦੁਨੀਆ ਦੇ ਪਦਾਰਥਾਂ ਦਾ ਚਸਕਾ ਖਤਮ। ਦਵੈਤ, ਦੂਜਾ ਭਾਉ ਖਤਮ, ਛੁੱਟੀ ਹੋ ਗਈ। ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ। ਸੁਖ ਬਾਣੀ, ਸੁਖ ਦੇ ਖੱਖੇ ਨੂੰ ਔਂਕੜ ਹੈ। ਸੁਖ ਬਾਣੀ ਦਾ ਮਤਲਬ ਕੇਵਲ ਤੇ ਕੇਵਲ ਸ਼ਬਦ ਹੈ। ਸ਼ਬਦ, ਸ਼ਬਦ ਦਾ ਅਭਿਆਸ, ਇਹ ਹੈ ਸੁਖ ਬਾਣੀ। ਬਾਣੀ ਜਿਹੜੀ ਹੈ, ਇਹ ਸਾਡੇ ਸਾਹਮਣੇ ਜਿਹੜਾ ਗਿਆਨ ਹੈ, ਇਹ ਵੀ ਹੈ, ਔਰ ਸ਼ਬਦ ਦੇ ਅਭਿਆਸ ਨੂੰ ਵੀ ਬਾਣੀ ਕਿਹਾ, ਜਿਹੜੀ ਨਿਰੰਤਰ ਚੱਲਦੀ ਆ। ਕਿਸ ਤਰ੍ਹਾਂ? ਅੰਮ੍ਰਿਤ ਬਾਣੀ ਹਰ ਹਰ ਤੇਰੀ। ਜਿਹੜਾ ਨਾਮ ਦਾ ਜਪਣਾ, ਲੱਖ ਲੱਖ ਗੇੜਾ ਆਖਣਾ, ਇਹ ਵੀ ਗੁਰ ਬਾਣੀ ਹੈ। ਬਹੁਤ ਘੱਟ ਸਪੈਲਿੰਗ ਆਏ ਗੁਰਬਾਣੀ 'ਚ, ਮੇਰਾ ਖਿਆਲ 1 ਜਾਂ 2 ਵਾਰੀ ਆਇਆ। ਗੱਗੇ ਨੂੰ ਔਂਕੜ, ਰਾਰੇ ਨੂੰ ਔਂਕੜ, ਬੱਬਾ ਕੰਨਾ ਅਣਾਣਾ ਨਾਣੇ ਨੂੰ ਬਿਹਾਰੀ, ਗੁਰ ਬਾਣੀ, ਰਾਰੇ ਨੂੰ ਔਂਕੜ, 1 ਜਾਂ 2 ਵਾਰੀ ਆਇਆ, ਕਿਤੇ ਲੱਭ ਕੇ ਦੱਸਾਂਗੇ। ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ। ਇਹ ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾਂ, ਗੁਰ ਪ੍ਰਸਾਦ ਤੋਂ ਬਿਨਾਂ ਨਹੀਂ ਮਿਲ ਸਕਦਾ। ਭਾਉ ਭੋਜਨ ਹਰ ਰਸ, ਇਹੀ ਸੱਚ ਸੰਤੋਖ ਹੈ, ਇਹੀ ਸਹਿਜ ਸੁਖ ਬਾਣੀ ਹੈ। ਇਹ ਪੂਰੇ ਗੁਰ ਦੀ ਮਿਹਰ ਦੇ ਨਾਲ, ਕਿਰਪਾ ਦੇ ਨਾਲ, ਗੁਰ ਪ੍ਰਸਾਦ ਦੇ ਨਾਲ ਹਾਸਲ ਕੀਤਾ ਜਾ ਸਕਦਾ। ਪਰ ਉਹਦਾ ਤਰੀਕਾ ਕੀ ਹੈ? ਉਹਦਾ ਫਾਰਮੂਲਾ ਕੀ ਹੈ? ਆਜੋ ਪਿੱਛੇ ਨੂੰ ਰਹਾਓ, ਆਜੋ। ਹਉ ਵਾਰੀ ਜੀਓ ਵਾਰੀ ਹਰ ਗੁਣ ਆਨੰਦ ਨਿਗਾ ਬਣਿਆ। ਬੇਨਤੀ ਰੂਪ ਹੋ ਕੇ ਨਾਮ ਦਾ ਅਭਿਆਸ, ਬੇਨਤੀ ਰੂਪ 'ਚ ਹੋ ਕੇ ਇਹ ਐਲਾਨ ਕਰ ਦੇਣਾ ਕਿ ਮੈਂ ਤਾਂ ਲਵਾਰਿਸ ਹਾਂ ਤੇਰਾ, ਤੂੰ ਠਾਕੁਰ ਮੇਰਾ, ਸ਼ਬਦੇ ਵਡਿਆਈ ਦੇ ਬਣਿਆ। ਚੌਥੀ ਗੱਲ, ਇੱਥੇ ਹੁਣ ਇੱਕ ਥੋੜਾ ਜਿਹਾ ਸਖਤੀ ਦੇ ਨਾਲ ਪਾਤਸ਼ਾਹ ਕਹਿੰਦੇ, ਸਤਿਗੁਰ ਨਾ ਸੇਵੈ ਮੂਰਖ ਅੰਧ ਗਵਾਰਾ। ਸ਼ਬਦ ਦੀ ਸੇਵਾ ਨਹੀਂ ਕਰਦੇ ਤੁਸੀਂ? ਲੈ ਕਹਿੰਦੇ ਤੈਨੂੰ ਮੈਂ ਦਿਨਾ ਉਪਾਧੀਆਂ ਦਿਨਾ, ਤੂੰ ਮੂਰਖ, ਤੂੰ ਅੰਨਾ, ਤੂੰ ਪੇਂਡੂ, ਗਵਾਰ। ਪੇਂਡੂ ਲਫ਼ਜ਼ ਯੂਜ਼ ਕਰਦੇ ਅੱਜ ਕੱਲ੍ਹ, ਕਰਨਾ ਨਹੀਂ ਚਾਹੀਦਾ। ਲਫ਼ਜ਼ ਜਿਹੜਾ ਹੈ, ਹੁਣ ਆਪਾਂ, ਮੈਨੂੰ ਕੋਈ ਬੰਦਾ ਮਿਲੇ, ਆਪਾਂ ਕਹਿੰਦੇ ਮੇਰਾ ਬਲਕਾਰ ਸਿੰਘ ਗਿੱਲ ਮੇਰਾ ਪੇਂਡੂ ਆ,
ਇਹ ਮੇਰੇ ਪਿੰਡ ਤੋਂ ਆਇਆ, ਮੇਰੇ ਪਿੰਡ ਦਾ ਬੰਦਾ। ਪਰ ਇਹ ਗਵਾਰ ਲਫ਼ਜ਼ ਯੂਜ਼ ਕੀਤਾ। ਅੱਜ ਕੱਲ੍ਹ ਇਹਨੂੰ ਪੇਂਡੂ ਬਣਾਤਾ ਕਿ ਉਹ ਹਾਂਜੀ ਉਹਨਾਂ ਨੂੰ ਜਿੱਦਾਂ ਉਹ ਬੜੇ ਸਿਆਣੇ ਲੋਕ ਨੇ। ਪੰਜਾਬੀ ਬੋਲੀ ਦਾ, ਪੰਜਾਬੀ ਦੀ ਵੋਕੈਬਲਰੀ ਜਿੰਨੀ ਉਹਨਾਂ ਦੇ ਕੋਲ ਆ, ਅਸੀਂ ਤੇ ਕਿਤੇ ਨੇੜੇ ਤੇੜੇ ਵੀ ਨਹੀਂ ਉਹਦੇ। ਚਲੋ ਉਹ ਗੱਲ ਵੱਖਰੀ ਹੈ। ਮਾੜੀ ਮਾੜੀ ਜਾਗ ਜੀ ਮੈਂ ਲਾਉਂਦਾ ਰਹਿੰਦਾ, ਨਾਲ ਨਾਲ ਮੈਨੂੰ ਚੇਤਾ ਆ ਜਾਂਦਾ ਤੇ ਮੈਂ ਗੱਲ ਕਰਦਾ। ਸਤਿਗੁਰ ਨਾ ਸੇਵੇਂ ਮੂਰਖ ਅੰਧ ਗਵਾਰਾ। ਸ਼ਬਦ ਦਾ ਅਭਿਆਸ ਨਹੀਂ ਕਰਦੇ। ਲੈ ਕਹਿੰਦੇ ਆ ਤਿੰਨ ਚੀਜ਼ਾਂ ਤੇਰੇ ਤੇਰੇ ਪੱਕੀਆਂ ਹੋ ਗਈਆਂ, ਵਿੱਚ ਮੂਰਖ ਵੀ ਆ, ਅੰਨਾ ਵੀ ਆ ਤੇ ਗਵਾਰ ਵੀ ਆ। ਫਿਰ ਓਏ ਕਿੱਥੋਂ ਪਾਇਨ ਮੋਖ ਦੁਆਰਾ। ਉਹ ਮੁਕਤੀ ਭਾਲਦਾ, ਖਲਾਸੀ ਭਾਲਦਾ, ਕਿੱਥੋਂ ਮਿਲ ਜੂ? ਸੇਵਾ ਤੇ ਹੈ ਹੀ ਨਹੀਂ ਤੇਰੀ। ਮੁਕਤੀ ਦੀ ਗੱਲ ਕਰਦਾ, ਕਹਿੰਦੇ ਮਰ ਮਰ ਜੰਮੈ ਫਿਰ ਆਵੇਂ ਜਮਦਰ ਚੋਟਾਂ ਖਾ ਬਣਿਆ। ਤੂੰ ਮੁਕਤੀ ਦੀ ਗੱਲ ਕਰਦਾ, ਤੂੰ ਕਹਿੰਦੇ ਮਰ ਮਰ ਕੇ ਦੁਬਾਰਾ ਫੇਰ ਜੰਮਣਾ, ਫੇਰ ਆਉਣਾ ਤੇ ਜਮ ਦੀ ਮਾਰ ਦੇ, ਜਮ ਦੇ ਡੰਡੇ ਦੇ ਹੇਠ ਤੂੰ ਸਦਾ ਹੀ ਰਹਿਣਾ। ਉਹ ਮਹਾਰਾਜ ਕੋਈ ਬਚਾਅ ਵੀ ਹੈ ਇਹ ਤੋਂ? ਆ ਤੁਸੀਂ ਬੜੀ ਡਰਾ ਹੀ ਦਿੱਤਾ। ਕਹਿੰਦੇ ਬਚਾਅ ਹੈਗਾ। ਹੋਂ ਵਾਰੀ ਜੀਓ ਵਾਰੀ, ਕਹਿੰਦੇ ਬੇਨਤੀ ਰੂਪ ਹੋ ਕੇ ਨਾਮ ਦਾ ਅਭਿਆਸ ਜੁਟ ਜਾ। ਐਲਾਨ ਕਰ ਦੇ ਕਿ ਮੈਂ ਤੇਰਾ ਪ੍ਰੇਮ ਪ੍ਰਤੀਤ ਭਰੋਸਾ ਕਮਿਟਮੈਂਟ। ਐਲਾਨ ਕਰ ਦੇ ਤੂੰ ਮੇਰਾ ਮਾਲਕ ਆ। ਸ਼ਬਦ ਦਾ ਅਭਿਆਸ ਕਰ, ਦੇਖ ਵਡਿਆਈਆਂ ਮਿਲਦੀਆਂ। ਪੰਜਵਾਂ ਪਦ, ਸਬਦੈ ਸਾਧ ਜਾਣੈ ਤਾਂ ਆਪ ਪਛਾਣੈ। ਹੁਣ ਜਦੋਂ ਕੋਈ ਵਡਭਾਗੀ ਐਸ ਰਾਹ ਤੇ ਤੁਰ ਕੇ ਸ਼ਬਦ ਦਾ ਸਵਾਦ ਚੱਖ ਲੈਂਦਾ, ਹਰ ਰਸ ਚੱਖ ਲੈਂਦਾ, ਆਪ ਆਪਣਾ ਆਪ ਪਛਾਣ ਲੈਂਦਾ, ਨਿਰਮਲ ਬਾਣੀ ਸ਼ਬਦੇ ਵਖਾਣੇ। ਉਹ ਸ਼ਬਦ ਦੇ ਜ਼ਰੀਏ ਉਸ ਨਿਰਮਲ ਬਾਣੀ, ਨਿਰਮਲ ਬਾਣੀ ਇਹ ਨਹੀਂ ਏਕ ਓਂਕਾਰ ਸਤਿਗੁਰ ਪ੍ਰਸਾਦ ਕਰਤਾ ਪੁਰਖ ਨਿਰਭਉ ਪਾਠ ਕਰਨਾ ਆਰੰਭ ਕਰ। ਨਿਰਮਲ ਬਾਣੀ ਨਾਮ ਦਾ ਅਭਿਆਸ। ਸ਼ਬਦੇ ਵਖਾਣਾ, ਸ਼ਬਦ ਦੇ ਜ਼ਰੀਏ ਨਾਮ ਜਪ ਜਪ ਕੇ ਉਹ ਨਿਰਮਲ ਬਾਣੀ ਵਖਾਣ ਦਾ, ਨਾਮ ਅਭਿਆਸ ਕਰਦਾ। ਸਿਰਫ ਇਹਦਾ ਮੋਟਾ ਜਿਹਾ ਮੀਨਿੰਗ, ਉਹ ਨਾਮ ਦੇ ਵਿੱਚ ਜੁਟ ਜਾਂਦਾ ਜਦੋਂ ਆਪਣਾ ਆਪ ਪਛਾਣ ਲੈਂਦਾ, ਗੁਰੂ ਦੀ ਕਿਰਪਾ ਦੇ ਜ਼ਰੀਏ, ਗੁਰਪ੍ਰਸਾਦ ਦੇ ਜ਼ਰੀਏ, ਸ਼ਬਦ ਦੇ ਜ਼ਰੀਏ। ਸ਼ਬਦ ਦਾ ਸਵਾਦ ਆ ਗਿਆ, ਨਿਰਮਲ ਬਾਣੀ ਸ਼ਬਦ ਵਖਾਣਾ, ਹੋਰ ਸਿਫਤ ਸਲਾਹ ਦੇ ਵਿੱਚ ਜੁਟਦਾ, ਉਹ ਨਾਮ ਨੂੰ ਉਚਾਰਦਾ। ਸੱਚੇ ਸੇਵੇ ਸਦਾ ਸੁਖ ਪਾਇਨ, ਨੌ ਨਿਧ ਨਾਮ ਮਨ ਵਸਾ ਬਣਿਆ। ਉਸ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੀ ਸੇਵਾ ਕਰਕੇ, ਉਸ ਪਰਮਾਤਮਾ ਦਾ ਸੁਖ, ਉਹਦੀ ਪ੍ਰਾਪਤੀ ਕਰਕੇ ਮੰਨ ਕੇ ਨੌ ਨਿਧ ਨਾਮ, ਨੌ ਖਜ਼ਾਨੇ ਇਹ ਗਿਣੇ ਨੇ। ਆਪਾਂ ਉਧਰ ਨੂੰ ਨਹੀਂ ਜਾਣਾ, ਨਾਮ ਦੇ ਵਿੱਚ ਹੀ 9 ਖਜ਼ਾਨੇ ਜਿਹੜੇ ਆ ਉਹ ਆ ਮਿਲਦੇ ਆ। ਉਹ ਪਿੱਛੇ ਨਹੀਂ ਜਾਂਦਾ, ਆ ਮਿਲਦੇ ਆ। ਇਸੇ ਕਰਕੇ ਮੈਂ ਕਹਿੰਦਾ ਕਿ ਬੋਨਸ ਹੈ ਜਿਹੜਾ ਬਾਕੀ ਆ, ਘਰ-ਬਾਰ, ਨੌਕਰੀਆਂ, ਗੱਡੀਆਂ, ਇਹ ਇੱਧਰ ਨੂੰ ਨਾ ਜਾਇਆ ਕਰੋ। ਮੁੰਡੇ, ਬੜੀ ਪ੍ਰੋਬਲਮ ਆ ਸਾਡੀ ਕਮਿਊਨਿਟੀ 'ਚ। ਇੱਧਰ ਨੂੰ ਨਾ ਜਾਇਆ ਕਰੋ। ਅਕਾਲ ਪੁਰਖ ਦੇ ਨਾਲ ਜੁੜੋ, ਜੀਵਨ ਸੱਚਾ ਸੁੱਚਾ ਕਰੋ, ਸ਼ਬਦ ਦਾ ਅਭਿਆਸ, ਪ੍ਰੇਮ ਪ੍ਰਤੀਤ ਭਰੋਸਾ ਕਮਿਟਮੈਂਟ, ਇੱਕ ਰੱਬ ਨੂੰ ਮੰਨਣਾ ਔਰ ਇੱਕ ਸ਼ਬਦ ਦਾ ਅਭਿਆਸ। ਇੱਧਰ ਨੂੰ ਆਓ। ਸੱਚੇ ਸੇਵ ਸਦਾ ਸੁਖ ਪਾਇਨ, ਉਹਦੀ ਸੇਵਾ ਕਰਕੇ, ਨਾਮ ਅਭਿਆਸ ਕਰਕੇ, ਉਹ ਜਿਹੜਾ ਆਤਮਿਕ ਆਨੰਦ ਹੈ, ਸੁਖ, ਅਕਾਲ ਪੁਰਖ ਦੀ ਪ੍ਰਾਪਤੀ ਹੈ, ਉਹ ਤੇ ਹੋਏਗੀ। ਨਾਲ ਨੌ ਨਿਧ ਨਾਮ ਮਨ ਵਸਾ ਬਣਿਆ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਸ਼ਬਦ ਅਭਿਆਸ।
ਹੋਵੇ ਕਿੱਦਾਂ? ਆ ਜਾਓ, ਰਹਾਓ ਆ ਜਾਓ। ਇੰਨਾ ਵੱਡਾ ਅੱਖਰ ਆ ਦੇਖੋ, ਇੰਨਾ। ਮੈਂ ਬਾਪੂ ਜੀ ਸਾਡੇ ਹੱਸਦੇ ਹੁੰਦੇ ਆ, ਕਹਿੰਦੇ ਆ ਲਾਈਨ ਦੇ ਅੱਗੇ ਅਖਰੋਟ ਜਿਹੜਾ ਰੱਖਿਆ ਰਹਾਓ। ਇੱਧਰ ਪੜ੍ਹਦਾ ਹੀ ਨਹੀਂ ਕੋਈ। ਕੋਈ ਕੀਰਤਨੀਆਂ ਜਦੋਂ ਸ਼ਬਦ ਪੜ੍ਹਦੇ ਆਪਣੀ ਮਰਜ਼ੀ ਨਾਲ ਸ਼ੁਰੂ ਕਰ ਲੈਂਦੇ ਆ, ਕਹਿੰਦੇ ਆ ਅਖਰੋਟ ਜਿਹੜਾ ਰਹਾਓ ਨਹੀਂ ਨਜ਼ਰ ਆਉਂਦਾ ਉਹਨਾਂ ਨੂੰ, ਬੋਲਦੇ ਹੀ ਨਹੀਂ ਰਹਾਓ ਵਿੱਚ। ਉਹ ਇਹ ਵੀ ਇੱਕ ਜਿਹੜਾ ਪਹਿਲਾ ਹੁਕਮਨਾਮਾ ਆਉਂਦਾ ਹੁੰਦਾ, ਉਹ ਸ਼ਬਦ ਕਿਹੜਾ ਜੀ? ਬੜਾ ਹਿਸਟਰੀ ਚੋਂ ਕਥਾਵਾਚਕ ਦੱਸਦੇ ਹੁੰਦੇ ਆ ਸ਼ਬਦ। ਜਿਹੜਾ ਪਹਿਲਾ ਹੁਕਮਨਾਮਾ ਆਇਆ ਸੀ ਜਦੋਂ ਕਿਸੇ ਨੂੰ ਯਾਦ ਆ ਜੀ ਸੱਜਣ ਨੂੰ? ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਵਾਹ ਜੀ ਕਰਾਇਆ। ਵਾਹ, ਸੰਤਾਂ ਕੇ ਕਾਰਜ ਆਪ ਖਲੋਇਆ। ਇੱਥੇ ਵਿਸ਼ਰਾਮ ਦਿੰਦੇ ਆ, ਹਰ ਕੰਮ ਕਰਾਵਣ। ਹੁਣ ਉਹ ਮੀਨਿੰਗ ਨਹੀਂ ਕਲੀਅਰ ਹੋਊਗਾ ਜਦੋਂ ਤੁਸੀਂ ਸੁਣੋਗੇ। ਹੁਣ ਇਹਨੂੰ ਪੜ੍ਹੋ, ਸੰਤਾਂ ਕੇ ਕਾਰਜ ਆਪ ਖਲੋਇਆ ਹਰ। ਇਹਨੀਆਂ ਵੀ ਹਰ ਕੰਮ, ਉਹ ਤੇ ਅਰਥ ਦਾ ਅਨਰਥ ਕਰਤਾ। ਸੰਤਾਂ ਕੇ ਕਾਰਜ ਆਪ ਖਲੋਇਆ ਹਰ, ਕੰਮ ਕਰਾਵਣ ਆਇਆ ਰਾਮ। ਜੇ ਉਹ ਕੰਮ ਪਵਿੱਤਰ ਹੈ, ਪਵਿੱਤਰ ਕੰਮ ਤੋਂ ਭਾਵ ਹੈ ਜੇ ਅਕਾਲ ਪੁਰਖ ਦੀ ਪ੍ਰਾਪਤੀ ਵਾਲੇ ਪਾਸੇ ਨੂੰ ਅਸੀਂ ਪ੍ਰਤੀਤ ਭਰੋਸਾ ਵਿਸ਼ਵਾਸ ਪ੍ਰੇਮਾ ਭਗਤੀ 'ਚ ਜਾ ਰਹੇ ਹਾਂ, ਉਹ ਸਤਿਗੁਰ ਸਹਾਈ ਹੋਊਗਾ, ਖੜਾ ਹੋਊਗਾ। ਸ਼ਬਦ ਦਾ ਔਰ ਸੁਰਤ ਦਾ ਜਿੱਦਣ ਮੇਲ ਹੋ ਗਿਆ, ਇਹ ਦੋਨੇ ਚੀਜ਼ਾਂ ਜਿੱਦਣ ਮਿਲ ਗਈਆਂ, ਉਦਣ ਪ੍ਰਾਪਤੀ ਸੰਭਵ ਹੈ, ਉਸੇ ਵੇਲੇ ਪ੍ਰਾਪਤੀ ਸੰਭਵ ਹੈ। ਇਸੇ ਕਰਕੇ ਕਹੀਦਾ ਕਿ ਮਨ ਦੇ ਵਿਚਾਰ ਮਾਰੋ ਪਹਿਲਾਂ, ਫਿਰ ਪੰਜਾਂ ਦੇ ਦੁਆਲੇ ਹੋਵੋ। ਇਹਨਾਂ ਨੂੰ 1 by 1 ਕਰਕੇ ਖਤਮ ਕਰਨ ਦੀ ਕੋਸ਼ਿਸ਼ ਕਰੋ। ਇਹਦੀ ਇੱਕੋ ਇੱਕ ਚਾਬੀ ਹੈ, ਨਾਮ ਦਾ ਅਭਿਆਸ, ਸ਼ਬਦ ਦਾ ਅਭਿਆਸ। ਅੱਗੇ ਆ ਗਿਆ ਜੀ 6ਵਾਂ ਪਦਾ। ਕਹਿੰਦੇ ਸੋ ਥਾਨ ਸੁਹਾਇਆ ਜੋ ਹਰ ਮਨਿ ਪਾਇਆ। ਹਿਰਦਾ, ਉਹੀ ਹਿਰਦਾ ਸੋਹਣਾ ਜੋ ਹਰ ਮਨੇ ਪਾਇਆ, ਜਿਸ ਹਿਰਦੇ ਦੇ ਵਿੱਚ ਅਕਾਲ ਪੁਰਖ ਦਾ ਨਾਮ ਪਾਉਂਦਾ। ਹਰ ਇਹ ਨਹੀਂ ਆ ਵੀ ਪਰਮਾਤਮਾ ਦੇ ਮਨ ਵਿੱਚ ਪਿਆਰਾ ਲੱਗਦਾ। ਉਹ ਪਰਮਾਤਮਾ ਦਾ ਮਨ ਕਿੱਥੇ, ਕੀ ਕੋਈ ਬੇਸਲੈਸ ਗੱਲ ਹੈ। ਸੋ ਥਾਨ ਸੁਹਾਇਆ, ਉਹ ਹਿਰਦਾ ਸੋਹਣਾ ਜਿਹੜੇ ਹਿਰਦੇ ਦੇ ਵਿੱਚ ਅਕਾਲ ਪੁਰਖ ਦਾ ਨਾਮ, ਜਿਹੜਾ ਸ਼ਬਦ ਦਾ ਅਭਿਆਸ ਭਾਰਿਆ, ਜਿਹਨੂੰ ਜਿਹੜਾ ਪ੍ਰੇਮਾ ਭਗਤੀ ਦੇ ਵਿੱਚ ਗੜੂੰਦ ਹੋ ਰਿਹਾ, ਗੜੁੱਚ ਹੋ ਰਿਹਾ ਡੇ ਬਾਏ ਡੇ। ਕਿੱਦਾਂ? ਸਤ ਸੰਗ ਤੇ ਬਹਿ ਹਰ ਗੁਣ ਗਾਇਆ। ਸਤ ਸੰਗਤ ਕੀ ਹੈ? ਸ਼ਬਦ ਦੀ ਸੰਗਤ। ਹਰ ਨਾਮ ਹਮਾਰੀ ਸੰਗਤ ਅਤ ਪਿਆਰੀ। ਬਾਹਰ ਵੀ ਸੰਗਤ ਹੈ, ਆਪਾਂ ਇਕੱਠੇ ਬਹਿ ਕੇ ਕੀਰਤਨ ਕਰਦੇ ਹਾਂ, ਉਹ ਵੀ ਸੰਗਤ ਹੈ। ਲੇਕਿਨ ਇਹ ਜਿਹੜੀ ਸਤ ਸੰਗਤ ਹੈ, ਇਹ ਹੈ ਹੀ ਸ਼ਬਦ ਦੀ ਸੰਗਤ ਹੈ। ਹਰ ਨਾਮ ਹਮਾਰੀ ਸੰਗਤ ਅਤ ਪਿਆਰੀ। ਥਾਨ ਜੀਵਾਤਮਾ, ਸਰੀਰ, ਇਹ ਸਭ ਇੱਕੋ ਗੱਲ ਹੈ। ਉਹ ਹਿਰਦਾ ਸੋਹਣਾ ਹੈ ਜਿਸ ਹਿਰਦੇ ਦੇ ਵਿੱਚ ਅਕਾਲ ਪੁਰਖ ਦਾ ਨਾਮ ਪਾਉਂਦਾ, ਜਿਸ ਹਿਰਦੇ ਦੇ ਵਿੱਚ ਉਹਦਾ ਪ੍ਰਤੀਤ ਭਰੋਸਾ ਪ੍ਰੇਮਾ ਭਗਤੀ ਚੱਲ ਰਹੀ ਹੈ। ਜਿਹੜਾ ਹਿਰਦਾ ਸਤ ਸੰਗ ਤੇ ਬਹਿ ਹਰ ਗੁਣ ਗਾਇਆ, ਜੋ ਟਿਕ ਕੇ ਵਿਚਾਰਾਂ ਤੋਂ ਮੁਕਤ ਹੋ ਕੇ ਹਰਨਾਮ ਹਮਾਰੀ ਸੰਗਤ ਅਤ ਪਿਆਰੀ, ਇੱਕ ਥਾਂ ਤੇ ਬੈਠ ਕੇ, ਮਤਲਬ ਵਿਚਾਰਾਂ ਤੋਂ ਮੁਕਤ ਹੋ ਕੇ ਇਕਾਗਰ ਹੋ ਕੇ ਹਰ ਗੁਣ ਗਾ ਰਿਹਾ, ਨਾਮ ਅਭਿਆਸ ਕਰ ਰਿਹਾ। ਔਰ ਨਾਮ ਅਭਿਆਸ ਕਿੱਦਾਂ ਦਾ? ਕੋਈ ਟਾਈਮ ਟੇਬਲ ਹੈ? ਕੋਈ ਸਵੇਰ ਦਾ, ਦੁਪਹਿਰ ਦਾ, ਸ਼ਾਮ ਦਾ? ਕਹਿੰਦੇ ਨਹੀਂ, ਅਨ ਦਿਨ ਹਰ ਸਲਾਹੇ ਸਾਚਾ ਨਿਰਮਲ ਨਾਦ ਵਜਾਵਣਿਆ। ਅਨ ਦਿਨ ਹਰ ਸਲਾਹੇ ਸਾਚਾ ਨਿਰਮਲ ਨਾਦ ਵਜਾਵਣਿਆ। ਅੱਠੋਂ ਪਹਿਰ ਉਹਦੀ ਸਿਫਤ ਸਲਾਹ ਕਰਨੀ। ਉਹ ਨਿਰਮਲ ਨਾਦ ਜਿਹੜਾ ਵੱਜਣਾ ਸ਼ੁਰੂ ਹੋਊਗਾ, ਇਹੀ ਗੁਰਪ੍ਰਸਾਦ ਹੈ। ਧੁਨੀ ਦੇ ਵਿੱਚ ਗੜੁੱਚ ਹੋਇਆ ਮਨ, ਗੜੂੰਦ ਹੋਇਆ ਮਨ, ਜਦੋਂ ਉਸ
ਧੁਨੀ ਦੇ ਜਿਹੜੇ ਵਾਜੇ ਉਹਦੇ ਕੰਨਾਂ 'ਚ ਵੱਜਣੇ ਸ਼ੁਰੂ ਹੋ ਜਾਂਦੇ ਆ, ਉਹ ਹੈ ਨਿਰਮਲ ਨਾਦ। ਇਹ ਕਰਤੇ ਪੁਰਖ ਦੀ ਕਿਰਪਾ ਦੇ ਨਾਲ ਹੋਣਾ। ਜਿਉਂ ਜਿਉਂ ਨਾਮ ਅਭਿਆਸ ਕਰਨਾ, ਜਿਉਂ ਜਿਉਂ ਮਨ ਨੇ ਖੜਨਾ, ਇੱਥੇ ਤੱਕ ਮਨ ਨੇ ਆਨੰਦ ਲੈਣਾ। ਆਨੰਦ, ਨਿਰਮਲ ਨਾਦ ਵੱਜਣਾ। ਉਹਦੇ ਲਈ ਜ਼ਰੂਰੀ ਕੀ ਹੈ? ਆਜੋ ਮੁੜ ਕੇ ਰਾਹ ਉੱਤੇ ਕਹਿੰਦੇ, ਹੋਂ ਵਾਰੀ ਜੀਓ ਵਾਰੀ, ਬੇਨਤੀ ਰੂਪ ਹੋ ਕੇ, ਬੇਨਤੀ ਰੂਪ ਹੋ ਕੇ, ਬੜਾ ਨੀਵਾਂ ਹੋ ਕੇ, ਨੀਵਾਂ ਹੋ ਕੇ ਨਾਮ ਅਭਿਆਸ ਕਰਨਾ। ਨੀਵਾਂ ਹੋ ਕੇ ਸਰੈਂਡਰ ਕਰ ਦੇਣਾ ਕਿ ਬਸ ਤੂੰ ਹੀ ਹੈ ਇੱਕ ਮੇਰਾ, ਤੂੰ ਹੀ ਮੇਰਾ ਮਾਲਕ ਹੈ। ਜੋ ਵਡਿਆਈ ਮਿਲਣੀ ਹੈ ਇਸ ਸ਼ਬਦ ਦੇ ਅਭਿਆਸ ਨਾਲ ਹੀ ਮਿਲਣੀ ਹੈ। ਆਨੰਦਨ ਹਰ ਸਲਾਹੇ ਸੱਚਾ ਨਿਰਮਲ ਨਾਦ ਵਜਾਵਣਿਆ। ਉਹ ਅਨਹਦ ਸ਼ਬਦ, ਨਿਰਮਲ ਨਾਦ, ਅਨਹਦ ਸ਼ਬਦ ਜਿਹੜਾ ਉਹ ਵੱਜਣਾ ਸ਼ੁਰੂ ਹੋ ਜਾਣਾ। ਅੱਗੇ ਚਲੀਏ, 7ਵਾਂ ਨੰਬਰ ਪਦਾ। ਮਨਮੁਖ ਖੋਟੀ ਰਾਸ ਖੋਟਾ ਪਾਸਾਰਾ। ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਦੁਨਿਆਵੀ ਪੂੰਜੀ ਜੋੜਦੇ ਆ। ਕੂੜ ਕਮਾਵਨ ਦੁੱਖ ਲੱਗ ਪਾਰਾ। ਕਮਾਈ ਕੂੜ ਦੀ ਕਰਦੇ ਆ ਤੇ ਉਹਦਾ ਰਿਜ਼ਲਟ ਵੀ ਉਹੋ ਜਿਹਾ, ਦੁੱਖ ਲੱਗ ਗਿਆ ਪਾਰਾ। ਵਿਛੜੇ ਰਹਿਣਗੇ। ਉਹਨਾਂ ਨੂੰ ਇਹ ਸਵਾਦ ਦਾ, ਅਕਾਲ ਪੁਰਖ ਦੀ ਹੋਂਦ ਦਾ ਇਹ ਨਹੀਂ ਪਤਾ ਲੱਗਣਾ। ਉਹ ਮੂਰਖ ਮੁਗਧ ਗਵਾਰ ਦੀ ਕੈਟੇਗਰੀ ਚ ਆਉਣਗੇ। ਭਰਮੇ ਭੁੱਲੇ ਫਿਰਨ ਦਿਨ ਰਾਤੀ, ਮਰ ਜਨਮੈ ਜਨਮ ਗਵਾ ਬਣਿਆ। ਕੱਖ ਨਹੀਂ ਪੱਲੇ ਪੈਣਾ, ਭਰਮ ਚ ਭੁੱਲੇ ਰਹਿਣਗੇ। ਦਿਨ ਰਾਤੀ ਜਿਹੜਾ ਨਾਮ ਅਭਿਆਸ ਕਰਨਾ ਸੀ, ਉਹ ਦਿਨ ਰਾਤੀ ਭਰਮ ਦੇ ਵਿੱਚ ਰਹਿਣਗੇ। ਪਤਾ ਹੀ ਨਹੀਂ ਲੱਗਣਾ ਉਹਨਾਂ ਨੂੰ ਅਕਾਲ ਪੁਰਖ ਦੀ ਹੋਂਦ ਵੀ ਹੈ, ਅਕਾਲ ਪੁਰਖ ਵੀ ਹੈ, ਪ੍ਰਕਾਸ਼ ਵੀ ਹੈ, ਕਰਮਖੰਡ ਕੀ ਹੈ, ਆਨੰਦ ਕੀ ਹੈ, ਸ਼ਬਦ ਕੀ ਹੈ, ਨਾਹਦ ਨਾਦ ਕੀ ਹੈ, ਨਿਰਮਲ ਨਾਦ। ਕੱਖ ਨਹੀਂ ਉਹਨਾਂ ਨੂੰ ਪਤਾ ਲੱਗਣਾ। ਉਹ ਗੱਲਾਂ ਜ਼ਰੂਰ ਕਰੀ ਜਾਣਗੇ ਪਰ ਉਹਨੂੰ ਕੱਖ ਨਹੀਂ ਪੱਲੇ ਪੈਣਾ। ਨਹੀਂ ਪੈਣਾ ਜਦੋਂ ਤੱਕ ਕਮਿਟਮੈਂਟ ਨਹੀਂ ਹੋਊਗੀ, ਨਹੀਂ ਪੈਣਾ ਕੱਖ ਪੱਲੇ। ਦੁੱਖ, ਇਹ ਵਿਛੋੜੇ ਦਾ ਦੁੱਖ ਹੈ। ਖੱਖੇ ਨੂੰ ਔਂਕੜ ਹੈ, ਕਲੀਅਰ ਕਰ ਆਏ ਹਾਂ ਹੁਣ, ਬਿਲਕੁਲ ਸਮਝ ਲਿਆ ਕਰੋ ਆਪ। ਇਹ ਪਰਮਾਤਮਾ ਤੋਂ ਵਿਛੜਨ ਦਾ ਦੁੱਖ ਹੈ, ਜਨਮ ਮਰਨ ਦਾ ਦੁੱਖ ਹੈ। ਭਰਮੇ ਭੁੱਲੇ ਫਿਰਨ ਦਿਨਾਤੀ, ਮਰ ਜਨਮੈ ਜਨਮ ਗਵਾ ਬਣਿਆ। ਆ ਵੀ ਗਵਾ ਲੈਣਾ ਉਹਨਾਂ ਨੇ, ਗਾਂ ਵੀ ਗਵਾਉਣਗੇ। ਏਦਾਂ ਹੀ ਅੱਗੇ ਚੱਲੀਏ। ਇਹ ਇਸ ਤੋਂ ਬਚਣਾ, ਇਸ ਤੋਂ ਬਚਣਾ ਤਾਂ ਬਸ ਬੇਨਤੀ ਰੂਪ ਹੋ ਕੇ ਸ਼ਬਦ ਦਾ ਅਭਿਆਸ। ਸਾਚਾ ਸਾਹਿਬ ਮੈਂ ਅਤ ਪਿਆਰਾ। ਆਪਣੀ ਹੁਣੇ ਪਾਤਸ਼ਾਹ ਦੇ ਅੰਦਰੋਂ ਆਪਣਾ ਵਲਵਲਾ ਨਿਕਲ ਰਿਹਾ। ਇੱਥੇ ਸ਼ਬਦ ਖਤਮ ਹੋਣਾ। ਦੇਖਿਓ ਤਰੀਕਾ, ਦੇਖਿਓ। ਮੈਂ ਕਹਿੰਦਾ ਵੀ ਦੁਨੀਆ ਦੀ ਕੋਈ ਲਿਖਤ ਜਿਹੜੀ ਹੈ, ਬੜੇ ਬੜੇ ਪੈਗੰਬਰ ਹੋਏ ਨੇ, ਬੜੇ ਬੜੇ ਲਿਖਾਰੀ ਹੋਏ ਨੇ, ਮਜਾਲ ਹੈ ਕਿਤੇ ਨੇੜੇ ਤੇੜੇ ਵੀ ਢੁੱਕ ਜੇ ਇਸ ਗੱਲ ਦੇ, ਇਹ ਬਣਤਰ ਦੇ। ਉਹ ਕਹਿੰਦੇ ਮੈਂ ਗੱਲ ਕਰਤੇ ਰਿਹਾ, ਮੈਂ ਗਿਆਨ ਦੇ ਤੇ ਰਿਹਾ, ਪਰ ਆਪਣੇ ਬਾਰੇ ਵੀ ਦੱਸਣਗੇ ਕਿ ਮੈਂ ਕੀ ਕਰਦਾ। ਸਾਚਾ ਸਾਹਿਬ ਮੈਂ ਅਤ ਪਿਆਰਾ। ਕਹਿੰਦੇ ਮਤਲਬ ਹੋਰ ਕੋਈ ਚੀਜ਼, ਸਾਹਿਬ ਦੇ ਬੱਬੇ ਨੂੰ ਔਂਕੜ ਆ ਗਿਆ। ਹੋਰ ਕੋਈ ਚੀਜ਼ ਨਹੀਂ ਪਿਆਰੀ, ਹੋਰ ਕੋਈ ਚੀਜ਼ ਨਹੀਂ ਪਿਆਰੀ, ਕੱਖ ਨਹੀਂ ਪਿਆਰਾ। ਸਾਚਾ ਸਾਹਿਬ ਬਸ, ਜਿਹੜਾ ਸਦਾ ਸਥਿਰ ਰਹਿਣ ਵਾਲਾ ਪਰਮਾਤਮਾ, ਉਹੀ ਮੈਨੂੰ ਪਿਆਰਾ ਹੈ। ਪੂਰੇ ਗੁਰ ਕੈ ਸ਼ਬਦੇ ਅਧਾਰਾ। ਤੇ ਮੈਂ ਉਸ
ਪੂਰੇ ਗੁਰੂ ਦੇ ਸ਼ਬਦ 'ਚ ਜੁੜ ਕੇ ਉਹਨੂੰ ਆਪਣਾ ਆਸਰਾ ਬਣਾ ਲਿਆ, ਆਧਾਰ ਬਣਾ ਲਿਆ। ਨਾਨਕ ਛਾਪ ਆ ਗਈ, ਨਾਮ ਹੈ ਮਿਲੈ ਵਡਿਆਈ। ਨਾਨਕ ਛਾਪ ਹੈ, ਨਾਮ ਹੈ ਮਿਲੈ ਵਡਿਆਈ। ਨਾਮ ਦੇ ਜ਼ਰੀਏ ਵਡਿਆਈ ਮਿਲ ਜਾਣੀ ਹੈ। ਦੁੱਖ ਸੁੱਖ ਸਮ ਕਰ ਜਾਣਨਾ। ਸਾਰਾ ਕਿੱਸਾ ਹੀ ਖਤਮ ਕਰਤਾ, ਬਰਾਬਰ ਕਰਤਾ। ਕਹਿੰਦੇ ਮੇਰੇ ਲਈ ਸੇਮ, ਮੇਰੇ ਲਈ ਇਕੁਅਲ ਆ। ਨਾਮ 'ਚ ਜੁੜ ਕੇ ਪੰਜ ਪ੍ਰਵਾਨ ਹੋ ਗਿਆ, ਵਡਿਆਈ ਮਿਲ ਗਈ। ਨਾਮ 'ਚ ਜੁੜ ਕੇ ਉਹਦਾ ਰੂਪ ਹੋ ਗਏ, ਉਹਦੇ ਰੂਪ 'ਚ ਸਮਾ ਗਏ, ਵਡਿਆਈ ਮਿਲ ਗਈ। ਹੁਣ ਦੁੱਖ ਸੁੱਖ ਸਮ ਕਰ ਜਾਣਗੇ, ਹੁਣ ਕੋਈ ਫਰਕ ਨਹੀਂ ਪੈਂਦਾ। ਮਿਲਤ 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 ਮਿਲ ਰਹੇ। ਇੱਥੇ ਸ਼ਬਦ ਕਲੋਜ਼ ਕਰਕੇ ਹੋਇਆ ਕਿੱਦਾਂ? ਹੋਇਆ ਕਿੱਦਾਂ? ਸਾਚਾ ਸਾਹਿਬ ਮੈਂ ਅਤ ਪਿਆਰਾ ਪ੍ਰਤੀਤ। ਇਹ ਕਈ ਸੱਜਣਾ ਨੇ ਫੋਨ ਕੀਤੇ ਸੀ, ਕਹਿੰਦੇ ਵੀ ਇਹ ਚਾਰ ਚੀਜ਼ਾਂ ਕਿੱਦਾਂ ਕੱਢੀਆਂ ਤੁਸੀਂ ਗੁਰਮੁਖ ਸਿਸਟਮ? ਇੱਥੋਂ ਕੱਢੀਆਂ, ਇਸੇ ਗਿਆਨ ਚੋਂ ਕੱਢੀਆਂ। ਪ੍ਰਤੀਤ ਭਰੋਸਾ, ਕਮਿਟਮੈਂਟ, ਇੱਕ ਨੂੰ ਮੰਨਣਾ, ਇੱਕ ਸ਼ਬਦ ਦਾ ਅਭਿਆਸ। ਸਾਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕੈ ਸ਼ਬਦ ਆਧਾਰ। ਨਾਨਕ ਨਾਮ ਹੈ ਮਿਲੈ ਵਡਿਆਈ, ਦੁੱਖ ਸੁੱਖ ਸਮ ਕਰ ਜਾਣਿਆ। ਹੁਣ ਵਡਿਆਈ ਵੀ ਮਿਲ ਗਈ, ਪੰਜ ਪ੍ਰਵਾਨ ਹੋ ਗਿਆ, ਤੇ ਕੋਈ ਫਰਕ ਪਿਆ? ਕੋਈ ਡੈਜ਼ਿਗਨੇਸ਼ਨ ਉੱਚਾ ਕੀਤਾ ਜਾਂ ਕੋਈ ਕੱਪੜੇ ਚਿੱਟੇ ਪਾ ਕੇ ਕਿਤੇ ਕੁਰਸੀ ਤੇ ਬਹਿ ਗਏ? ਨਹੀਂ। ਆ ਜਾਓ ਮੁੜ ਕੇ ਰਾਹ ਤੇ। ਵਾਹ ਮੇਰੇ ਸਤਿਗੁਰੂ ਵਾਹ, ਕਿਆ ਗੁਰਬਾਣੀ ਸਾਨੂੰ ਬਖਸ਼ਿਸ਼ ਕੀਤੀ ਹੈ। ਕਹਿੰਦੇ ਹਉ ਵਾਰੀ ਜੀਓ ਵਾਰੀ। ਹਰ ਗੁਣ ਅਨ ਦਿਨ ਗਾਵਣਿਆ, ਹਉ ਤੇਰਾ ਤੂੰ ਠਾਕੁਰ ਮੇਰਾ, ਸ਼ਬਦੇ ਵਡਿਆਈ ਦੇ ਬਣਿਆ। ਬੇਨਤੀ ਰੂਪ ਹੋ ਕੇ ਨਾਮ ਹੀ ਜਪਣਾ, ਬੇਨਤੀ ਰੂਪ ਹੋ ਕੇ ਐਲਾਨ ਕਰਨਾ ਕਿ ਤੂੰ ਹੀ ਮੇਰਾ ਪਿਤਾ, ਤੂੰ ਹੀ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। That is all. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।